ਤੁਹਾਡੀ ਸਾਰੀਆਂ ਗੱਲਾਂ ਮੈਂ ਸੁਣ ਰਿਹਾ। ਮੇਰਾ ਸਵਾਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਕਿਹੜੇ ਕਿਲਰ ਦੀ ਗੱਲ ਕਰ ਰਹੇ ਨੇ? ਕਿਹੜੇ ਕਿਲਰ ਦੀ ਗੱਲ ਕਰ ਰਹੇ ਨੇ? ਟਵੀਟ ਕਰਦੇ ਨੇ ਕਿਲਰ ਹੈ, ਇੱਕੋ ਪੈਟਰਨ ਦੇ ਨਾਲ ਮਰਡਰ ਕਰਦਾ ਹੈ, ਇਸ ਵਾਰ ਫਿਰ 7ਵਾਂ ਮਰਡਰ ਕੀਤਾ ਸੀਗਾ, ਉਹ ਨਹੀਂ ਹੋਇਆ। ਇਹ ਕਿਹੜੇ ਕਿਲਰ ਦੀ ਗੱਲ ਹੋ ਰਹੀ? ਮਹਾਰਾਸ਼ਟਰ ਚ ਕੀ ਹੋਇਆ ਸਰ? ਕਿਲਰ ਕੌਣ ਹੈ? ਅਰਵਿੰਦ ਕੇਜਰੀਵਾਲ ਨੂੰ ਸਿੰਬੋਲਿਕ ਸ਼ਬਦਾਂ ਦਾ ਇਸਤੇਮਾਲ ਕਿਉਂ ਕਰਨਾ ਪੈ ਰਿਹਾ ਹੈ? ਨਹੀਂ ਦੇਖੋ ਮੇਰੀ ਗੱਲ ਸੁਣੋ, ਨੀਤੀ ਔਰ ਨੀਅਤ ਤੇ ਸਵਾਲ ਅਸੀਂ ਖੜੇ ਕਰ ਰਹੇ ਹਾਂ ਵੀ ਇਹ ਲੋਕ ਅੱਜ ਸੱਤਾ ਦੇ ਹੰਕਾਰ ਚ, ਸੱਤਾ ਦੇ ਨਸ਼ੇ ਚੂਰ ਚ ਬੀਜੇਪੀ ਔਰ ਮੋਦੀ ਸਾਹਿਬ ਇਲੈਕਟਿਡ ਸਰਕਾਰਾਂ ਨੂੰ ਖਰੀਦ ਫਰੋਖਤ, ਕਿਉਂਕਿ ਇਹ ਇਹਨਾਂ ਦੇ ਜਿਹੜੇ ਪ੍ਰਾਈਵੇਟ ਦੋਸਤ ਹੈ ਨਾ ਜਿਨ੍ਹਾਂ ਨੂੰ 5 ਲੱਖ ਕਰੋੜ ਦਾ ਕਰਜ਼ਾ ਦੇ ਦਿੰਦੇ ਬਿਨਾਂ ਵਿਆਜ ਤੋਂ, ਤੇ ਇਹਨਾਂ ਦੇ ਦੋਸਤ ਆ ਜਿਨ੍ਹਾਂ ਦਾ 10 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਰਾਈਟ ਆਫ ਕਰ ਦਿੰਦੇ ਆ, ਉਹਨਾਂ ਦੀ ਤਾਕਤ ਤੇ ਉਹਨਾਂ ਦੇ ਪੈਸੇ ਦੇ ਨਾਲ ਇਹ ਇਲੈਕਟਿਡ ਸਰਕਾਰਾਂ ਨੂੰ ਖਰੀਦ ਫਰੋਖਤ ਕਰਦੀਆਂ ਸਾਜ਼ਿਸ਼ਾਂ ਰਚ ਰਹੇ ਆ। ਇਸ ਤਰ੍ਹਾਂ ਨਹੀਂ ਚੱਲਣ ਦੇਵਾਂਗੇ ਜਿੱਦ ਇੱਕ ਭੁਲੇਖਾ। ਮਨਜਿੰਦਰ ਸਿਰਸਾ ਸਾਹਿਬ, ਸਾਰਿਆਂ ਨੂੰ ਪਤਾ ਹੈ ਨਹੀਂ, ਪਰ ਕਾਂਗਰਸ ਸਾਹਿਬ ਜਿਹੜੀ ਗੱਲ ਕੰਮ ਦਾ ਜਵਾਬ ਦਿੰਦੇ ਹੀ ਨਹੀਂ, ਸ਼ਰਾਬ ਘੁਟਾਲੇ ਨਹੀਂ ਬੋਲ ਰਹੇ ਨਾ। ਪਤਾ ਹੈ ਕਿਉਂਕਿ ਜਦੋਂ ਇਹਨਾਂ ਦੀ ਮੀਟਿੰਗ ਹੋਈ, ਅਰਵਿੰਦ ਕੇਜਰੀਵਾਲ ਨੇ ਮੀਟਿੰਗ ਕਰਕੇ ਤੈਅ ਕੀਤਾ ਕਿ ਆਪਾਂ ਸ਼ਰਾਬ ਘੁਟਾਲਾ ਫੜਿਆ ਗਿਆ ਹੈ, ਆਪਾਂ ਉਹਦੇ ਤੇ ਕੁਝ ਨਹੀਂ ਬੋਲਣਾ। ਅਰਵਿੰਦ ਕੇਜਰੀਵਾਲ ਨੇ ਆਪਣੇ ਬੁਲਾਰਿਆਂ ਨੂੰ ਔਰ ਆਪਣੇ ਐਮਐਲਏ ਨੂੰ ਕਿਹਾ ਕਿ ਸ਼ਰਾਬ ਘੁਟਾਲੇ 'ਚ ਆਪਾਂ ਫੜੇ ਗਏ ਹਾਂ, ਜੇ ਆਪਾਂ ਇਹਦੇ ਤੇ ਬੋਲਾਂਗੇ ਆਪਣੀ ਸੱਚਾਈ ਖੁੱਲ ਜਾਣੀ ਹੈ, ਸੀਬੀਆਈ ਤੇ ਈਡੀ ਕੋਲ ਬਿਆਨ ਚਲੇ ਜਾਣੇ ਨੇ, ਇਸ ਕਰਕੇ ਸ਼ਰਾਬ ਘੁਟਾਲੇ ਤੇ ਨਹੀਂ ਆਪਾਂ ਬੋਲਣਾ। ਤੁਸੀਂ ਇੱਧਰ ਉੱਧਰ ਦੀਆਂ ਗੱਲਾਂ ਕਰੋ। ਇਹ ਕਹਿੰਦੇ ਗੁਜਰਾਤ ਅੰਦਰ ਇਲੀਗਲ ਸ਼ਰਾਬ, ਉੱਤੇ ਮੁਕੱਦਮਾ ਦਰਜ ਹੋ ਰਿਹਾ, ਲੋਕ ਅੰਦਰ ਹੋ ਰਹੇ ਨੇ। ਮੈਂ ਕਹਿੰਦਾ ਤੁਸੀਂ ਹੋਰ ਲੱਗਦਾ ਜਿਹੜੀ ਤੁਹਾਨੂੰ ਲੱਗਦਾ ਗਲਤ ਹੋ ਰਿਹਾ ਤੇ ਤੁਸੀਂ ਕੰਪਲੇਂਟ ਕਰਕੇ ਇਨਕੁਆਇਰੀ ਕਰਾਓ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਦਿੱਲੀ ਦਾ ਸ਼ਰਾਬ ਘੁਟਾਲੇ ਨੂੰ ਭੁੱਲ ਜਾਓਗੇ, ਉਹਦੀ ਗੱਲ ਹੀ ਨਾ ਕਰੋ, ਕਿਉਂਕਿ ਉਹ 'ਚ ਤੁਸੀਂ ਪੈਸੇ ਲੈ ਲਏ ਨੇ, ਉਹ 'ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਪੈਸੇ ਲਏ ਨੇ, ਇਸ ਕਰਕੇ ਚੁੱਪ ਰਹੋ। ਬਈ ਮੈਨੂੰ ਕਾਂਗਰਸ ਜਵਾਬ ਦੇ ਦੇਣਾ ਜੇ ਸਰਕਾਰ ਦੀ ਪਾਲਿਸੀ। ਮੈਂ ਤਾਂ ਕੁਝ ਨਹੀਂ ਕਹਿ ਰਿਹਾ, ਮੈਂ ਤੇ ਕੱਲ ਦੀ ਨਵਭਾਰਤ ਟਾਈਮਸ ਦੀ ਖਬਰ ਪੜ੍ਹ ਕੇ ਤੁਹਾਨੂੰ ਨਵਭਾਰਤ ਟਾਈਮਸ ਨੇ ਜੋ ਲਿਖ ਕੇ ਦਿੱਤਾ ਹੈ ਉਹਦਾ ਜੇ ਕਾਂਗਰਸ ਸਾਹਿਬ ਜਵਾਬ ਦੇ ਸਕਣ। ਬੜਾ ਸਿੰਪਲ ਜੀ ਗੱਲ ਆ ਕਿ ਜਦੋਂ ਸਰਕਾਰੀ ਠੇਕੇ ਸੀ, ਬੜੀ ਧਿਆਨ ਨਾਲ ਗੱਲ ਸੁਣਿਓ, ਜਦੋਂ ਸਰਕਾਰੀ ਠੇਕੇ ਸੀਗੇ ਤੇ ਸ਼ਰਾਬ ਦੀ ਬੋਤਲ ਦੇ ਉੱਤੇ ਜਿਹੜੀ ਐਕਸਾਈਜ਼ ਸੀਗੀ ਔਰ ਜਿਹੜੇ ਪ੍ਰਾਈਵੇਟ ਠੇਕੇ ਹੋਣ ਤੋਂ ਬਾਅਦ ਕੀ ਅੰਤਰ ਆਇਆ, ਉਹ ਬੜਾ ਸੰਖੇਪ 'ਚ ਉਹਨਾਂ ਨੇ ਗੱਲ ਸਮਝਾਈ ਆ। ਜਦੋਂ ਸਰਕਾਰੀ ਠੇਕੇ ਸੀਗੇ ਉਦੋਂ ਸ਼ਰਾਬ ਦੀ ਬੋਤਲ ਜਿਹੜੀ ਮੈਂ ਅਮਾਊਂਟ ਤੁਹਾਨੂੰ ਐਗਜ਼ੈਕਟ ਅਮਾਊਂਟ ਦੱਸਦਾ ਹੈ, ਔਰ ਕੰਗ ਸਾਹਿਬ ਅਗਰ ਇਹਦਾ ਜਵਾਬ ਦੇ ਸਕਣਗੇ, 329 ਰੁਪਏ ਦੀ ਜਿਹੜੀ ਸ਼ਰਾਬ ਦੀ ਬੋਤਲ ਸੀਗੀ ਸਰਕਾਰੀ ਠੇਕੇ ਤੋਂ ਪਹਿਲਾਂ, ਸਰਕਾਰੀ ਠੇਕੇ ਦੇ ਵੇਲੇ 166 ਰੁਪਏ ਦੀ ਬੋਤਲ ਸੀ ਤੇ 188 ਰੁਪਏ ਐਕਸਾਈਜ਼ ਸੀਗੀ। ਧਿਆਨ ਨਾਲ ਸੁਣਿਓ ਜੀ, 166 ਰੁਪਏ ਦੀ ਬੋਤਲ, 188 ਰੁਪਏ ਦੀ ਐਕਸਾਈਜ਼। ਜਦੋਂ ਇਹਨਾਂ ਨੇ ਆਪਣੇ ਮਿੱਤਰਾਂ ਨੂੰ ਠੇਕੇ ਦੇ ਦਿੱਤੇ, ਆਪਣੇ ਦੋਸਤਾਂ ਨੂੰ 329 ਰੁਪਏ ਦੀ ਬੋਤਲ ਤੇ 8 ਰੁਪਏ ਐਕਸਾਈਜ਼। ਹੁਣ ਅਗਲੀ ਗੱਲ ਸੁਣ ਲਓ, ਜਦੋਂ ਤੇ ਸੀਗੇ ਸਰਕਾਰੀ ਠੇਕੇ ਤੇ 33 ਰੁਪਏ ਦਾ ਪ੍ਰੋਫਿਟ ਹੁੰਦਾ ਸੀਗਾ ਇੱਕ ਸ਼ਰਾਬ ਦੇ ਠੇਕੇਦਾਰ ਨੂੰ, ਰਿਟੇਲ ਦਾ ਫਾਇਦਾ, ਤੇ ਜਦੋਂ ਸਰਕਾਰੀ ਤੋਂ ਪ੍ਰਾਈਵੇਟ ਕਰਤੇ ਤੇ 363 ਰੁਪਏ ਦਾ ਫਾਇਦਾ। ਦੇਖੋ ਜਦੋਂ ਸਰਕਾਰ ਕੋਲ ਸੀ ਤਾਂ ਸਰਕਾਰ ਨੂੰ ਕੇਵਲ 33 ਰੁਪਏ ਦਾ ਫਾਇਦਾ ਮਿਲ ਰਿਹਾ ਸੀ, ਪ੍ਰਾਈਵੇਟ ਠੇਕੇਦਾਰ ਕੋਲ ਗਿਆ ਤੇ ਉਹਨੂੰ 363 ਰੁਪਏ ਦਾ ਫਾਇਦਾ ਹੋਣ ਲੱਗ ਪਿਆ ਇੱਕ ਬੋਤਲ ਪਿੱਛੇ। ਤੇ ਸਰਕਾਰ ਨੂੰ ਕਿੰਨਾ ਰੈਵਨਿਊ ਦੇ ਰਿਹਾ? 8 ਰੁਪਏ 32 ਪੈਸੇ। ਪਹਿਲਾਂ ਸਰਕਾਰ ਨੂੰ ਕਿੰਨਾ ਹੁੰਦਾ ਸੀ? 329 ਰੁਪਏ। ਬਈ ਤੁਸੀਂ ਸਮਝਾ ਦਿਓ ਇਹਦੇ ਅੰਦਰ ਜਿਹੜੀ ਗਲਤ ਫਿਗਰ ਉਹ ਕਲੀਅਰ ਕਰ ਦਿਓ ਵੀ ਇਹ ਸਿਰਸੇ ਨੇ ਗਲਤ ਗੱਲ ਕਹੀ, ਅਸੀਂ ਨੂੰ ਕਲੀਅਰ ਕਰਨਾ ਚਾਹੁੰਦੇ। ਠੀਕ ਹੈ ਕੰਗ ਸਾਹਿਬ ਜੀ, ਗਗਨ ਜੀ, ਇਹ ਸਿਰਸਾ ਸਾਹਿਬ ਉਸ ਬੀਜੇਪੀ ਦੀ ਵਾਸ਼ਿੰਗ ਮਸ਼ੀਨ ਦੀ ਗੱਲ ਕਰ ਰਹੇ ਆ ਜਿਹਦੇ ਚ ਚਾਹੇ ਸਵਾਲ ਉੱਠੇ। ਸੁਣ ਲਓ ਉਹ ਮਤਾ ਰੱਖੋ ਹੁਣ। ਨਹੀਂ ਕੰਗ ਸਾਹਿਬ ਸੁਣਨ ਦੀ ਗੱਲ ਨਹੀਂ ਹੋਣਾ, ਕੋਈ ਹਿੰਮਤ ਰੱਖਿਆ ਕਰੋ। ਬਹੁਤ ਮਤਾ ਹੈ, ਮੈਂ ਬੋਲਦਾ ਨਹੀਂ ਆ। ਜਵਾਬ ਤੇ ਦਿਓ ਨਾ ਸਵਾਲਾਂ ਦਾ। ਜਵਾਬ ਦੇ ਰਿਹਾ ਮੈਂ, ਜਵਾਬ ਮੈਂ ਤੁਹਾਡੇ ਹਿਸਾਬ ਨਾਲ ਨਹੀਂ ਦੇਣਾ, ਆਪਣੇ ਹਿਸਾਬ ਨਾਲ ਦੇਣਾ। ਨਹੀਂ ਆਪਣੇ ਹਿਸਾਬ ਨਾਲ ਵਿੱਚ ਬੋਲਣ ਦੀ ਆਦਤ ਜਵਾਬ ਦਿਓ ਕੰਗ ਸਾਹਿਬ। ਨਹੀਂ ਇਸ ਤਰੀਕੇ ਨਾਲ ਕਰਨਾ ਤਾਂ ਬਿਲਕੁਲ ਗਗਨ ਜੀ ਮੈਨੂੰ ਨਾ ਜੋੜਿਆ ਕਰੋ। ਜਦੋਂ ਇਹ ਸੋ ਕੋ ਨੋਟਿਸ ਕੱਢਦੇ ਆ ਸਿਰਸਾ ਸਾਹਿਬ ਨੂੰ ਤੇ ਅਗਲੇ ਦਿਨ ਜੁਆਇਨ ਕਰ ਲਓ, ਸਾਫ਼ ਦੁੱਧ ਧੁੱਪੇ। ਜਦੋਂ ਮੁਕੁਲ ਦੇਵ ਨੂੰ ਕੱਢਦੇ ਆ, ਜਦੋਂ ਬੀਜੇਪੀ ਜੁਆਇਨ ਕਰ ਲੈਂਦੇ ਆ, ਸਾਫ਼। ਜਦੋਂ ਮਨੀਸ਼ ਸਿਸੋਦੀਆ ਜੀ ਜਿਹਨੇ ਦੇਸ਼ ਸਭ ਤੋਂ ਵਧੀਆ ਕੰਮ ਕੀਤਾ ਐਜੂਕੇਸ਼ਨ, ਜਿਹਨੂੰ ਨਿਊਯਾਰਕ ਟਾਈਮਸ ਵਰਗੇ ਅਖਬਾਰ ਫਰੰਟ ਪੇਜ ਤੇ ਲਾ ਰਹੇ ਆ, ਤੇ ਅਗਲੇ ਦਿਨ ਉਹਨਾਂ ਘਰ ਸੀਬੀਆਈ ਭੇਜਦੀ। ਇਹ ਇਹਨਾਂ ਦਾ ਦੋਗਲਾ ਕਰੈਕਟਰ ਹੈ। ਨਹੀਂ ਪਰ ਕੰਗ ਸਾਹਿਬ ਸਵਾਲ ਉੱਥੇ ਹੀ ਖੜਾ ਹੈ, ਸਵਾਲ ਹਜੇ ਵੀ ਉੱਥੇ ਕੰਗ ਸਾਹਿਬ ਸਵਾਲ ਉੱਥੇ ਹੀ ਖੜਾ ਹੈ। ਕੰਗ ਸਾਹਿਬ ਸਵਾਲ ਉੱਥੇ ਹੀ ਖੜਾ ਹੈ ਕਿ ਜਿਹੜਾ ਐਕਸਾਈਜ਼ ਪਾਲਿਸੀ ਦਾ ਸਵਾਲ ਉੱਠ ਰਿਹਾ ਹੈ, ਜਿਹੜਾ ਸਿਰਸਾ ਸਾਹਿਬ ਜਿਹੜਾ ਐਗਜ਼ਾਮਪਲ ਦੇ ਰਹੇ ਨੇ, ਉਹਦੇ ਵਿੱਚ ਸੱਚਾਈ ਕੀ ਹੈ? ਜੇ ਤੇ ਗੱਲ ਮੇਰੀ ਸੁਣਨੀ ਆ ਫਿਰ ਤੇ ਮੈਨੂੰ ਜੋੜੋ, ਜੇ ਇਸ ਤਰ੍ਹਾਂ ਕਰਨਾ ਤੇ ਇਹ ਨਹੀਂ ਗੱਲ ਬਣਨੀ। ਮੇਰੀ ਗੱਲ ਸੁਣੋ ਨਾ, ਇਹ ਜਿਹੜੀਆਂ ਕਹਾਣੀਆਂ ਇੱਧਰ ਉੱਧਰ ਦੀਆਂ ਪਾ ਰਹੇ, ਮੈਂ ਤਾਂ ਫੈਕਟ ਵਾਲੀਆਂ ਗੱਲ ਦੱਸ ਰਿਹਾ। ਸੀਬੀਆਈ ਉੱਥੇ ਭੇਜੀ ਜਾਂਦੀ ਆ ਜਿਹੜਾ ਬੀਜੇਪੀ ਦੇ ਸਾਹਮਣੇ ਝੁਕਦਾ ਨਹੀਂ। ਹਾਲਾਂਕਿ ਸਿਰਸਾ ਸਾਹਿਬ ਤੇ ਕਹਿ ਰਹੇ ਮੈਂ ਮਰ ਜੂਗਾ ਕੱਟ ਜੂਗਾ, ਲੇਕਿਨ ਇਹ ਸਾਫ਼ ਹੋ ਗਏ। ਇੱਕ ਤਰ੍ਹਾਂ ਮੁਕੁਲ ਦੇਵ ਹੋ ਗਏ, ਇਸ ਤਰ੍ਹਾਂ ਸ਼ਿਵ ਸੈਨਾ ਨਹੀਂ ਝੁਕੀ ਤੇ ਉੱਥੇ ਸਰਕਾਰ ਖਰੀਦ ਲਈ। ਬਲਵਿੰਦਰ ਕੰਗ ਸਾਹਿਬ ਇੱਕ ਮਿੰਟ ਕੰਗ ਸਾਹਿਬ ਇੱਕ ਮਿੰਟ ਇਹਨਾਂ ਨੇ ਕਰੋੜ ਦਾ ਆਫਰ ਦਿੱਤਾ ਹੈ। ਕੰਗ ਸਾਹਿਬ ਇੱਕ ਮਿੰਟ
ਕੰਗ ਸਾਹਿਬ ਸਵਾਲ ਐਕਸਾਈਜ਼ ਪਾਲਿਸੀ ਦੇ ਫੈਕਟਸ ਨੂੰ ਲੈ ਕੇ ਹੈ। ਸਿਰਸਾ ਸਾਹਿਬ ਇੱਕ ਸੁਣੋ ਕੰਗ ਸਾਹਿਬ ਸੁਣੋ ਸਿਰਸਾ ਸਾਹਿਬ ਇੱਕ ਫੈਕਟ ਦਾ ਹਵਾਲਾ ਦੇ ਰਹੇ ਨੇ। ਐਕਸਾਈਜ਼ ਜਿਹੜਾ ਹੈਗਾ ਸਰਕਾਰੀ ਠੇਕੇ ਵੇਲੇ ਇੰਨਾ ਐਕਸਾਈਜ਼ ਪਰ ਬੋਟਲ ਸਰਕਾਰ ਨੂੰ ਜਾਂਦਾ ਸੀ। ਜਦੋਂ ਤੁਹਾਡੀ ਪਾਲਿਸੀ ਸਰਕਾਰ ਦੀ ਲਾਗੂ ਹੋਈ, ਆਮ ਆਦਮੀ ਪਾਰਟੀ ਸਰਕਾਰ ਨੇ ਆਪਣੀ ਪਾਲਿਸੀ ਲਾਗੂ ਕੀਤੀ, ਉਹਦੇ ਨਾਲ ਐਕਸਾਈਜ਼ ਘਟ ਗਿਆ। ਜੇ ਉਹ ਫੈਕਟ ਸਹੀ ਨਹੀਂ ਹੈਗਾ ਤੁਸੀਂ ਉਸ ਨੂੰ ਨਕਾਰ ਦਿਓ, ਔਰ ਜੇ ਉਸ ਦੇ ਵਿੱਚ ਸੱਚਾਈ ਹੈਗੀ ਹੈ ਤੇ ਫਿਰ ਉਸ ਨੂੰ ਦੱਸ ਦਿਓ। ਗਗਨ ਜੀ ਇਹ ਐਕਸਾਈਜ਼ ਦਾ ਤੇ ਬਹਾਨਾ ਆ, ਮਸਲਾ ਤੇ ਇਹ ਆ ਵੀ ਮੋਦੀ ਦੀ ਕੁਰਸੀ ਨੂੰ ਖਤਰਾ ਹੋ ਗਿਆ ਹੈ। ਮੈਂ ਕਹਿ ਰਿਹਾ ਸੀਬੀਆਈ ਦਾ ਅਗਰ ਯੂਟਿਲਾਈਜੇਸ਼ਨ ਕਰਨਾ ਹੈ, ਅਗਰ ਏਜੰਸੀਆਂ ਨੂੰ ਸਹੀ ਤਰੀਕੇ ਨਾਲ, ਅਸੀਂ ਅੱਜ ਵੀ ਕਹਿ ਰਹੇ ਐਕਸਾਈਜ਼ ਪਾਲਿਸੀ ਸਹੀ ਸੀ ਦਿੱਤੀ ਸੀ, ਅਸੀਂ ਅੱਜ ਵੀ ਕਹਿ ਰਹੇ ਹਾਂ ਅਰਵਿੰਦ ਕੇਜਰੀਵਾਲ ਨੇ ਮੀਟਿੰਗ ਕਰਕੇ ਕਿਹਾ ਸੀ ਤੁਸੀਂ ਐਕਸਾਈਜ਼ ਦਾ ਜਵਾਬ ਨਾ ਦਿਓ, ਜੇ ਇਸ ਤਰ੍ਹਾਂ ਗੱਲ ਕਰਨੀ ਇਹਨਾਂ ਨੂੰ ਬੰਦ ਜਾਓ ਐਕਸਾਈਜ਼ ਦਾ ਜਵਾਬ ਦਿੱਤਾ ਤੁਸੀਂ ਫਸ ਜਾਓਗੇ, ਅਸੀਂ ਫੜੇ ਜਾਵਾਂਗੇ, ਕਿਉਂਕਿ ਸ਼ਰਾਬ ਦਾ ਘੁਟਾਲਾ ਜਦੋਂ ਫੜਿਆ ਗਿਆ ਨਾ ਇਹ ਐਕਸਾਈਜ਼ ਦਾ ਜਵਾਬ ਨਹੀਂ ਦੇ ਸਕਦੇ। ਦੇਖੋ ਕਿੰਨਾ ਸ਼ਰਾਬ ਦੀ ਗੱਲ ਦਾ ਜਵਾਬ ਕਿਉਂ ਦਿੰਦਾ? ਮੈਂ ਤੇ ਮੇਰੇ ਮਨ ਸਾਹਿਬ ਨੇ ਸ਼ਰਾਬ ਦਾ ਜਵਾਬ ਦੇ ਦਿਓ, ਇਹ ਜਿਹੜਾ ਮਰਜ਼ੀ ਸਾਹਿਬ ਐਕਸਾਈਜ਼ ਦਾ ਜਵਾਬ ਨਹੀਂ ਦੇ ਰਹੇ ਨਾ ਕੰਗ ਸਾਹਿਬ, ਇਸ ਤਰ੍ਹਾਂ ਦਾ ਜਵਾਬ ਨਾ ਤੁਸੀਂ ਦੇ ਪਾ ਰਹੇ ਹੋ ਨਾ ਸਿਰਸਾ ਸਾਹਿਬ ਦੀ ਗੱਲ ਕੰਪਲੀਟ ਹੋ ਪਾ ਰਹੀ ਹੈ। ਹੁਣ ਸੁਣ ਲਿਆ ਕਰਨ, ਸੁਣਨ ਦੀ ਦਮ ਨਹੀਂ ਰੱਖਦੇ। ਇਹ ਤਾਂ ਸੁਣੀ ਜਾ ਰਹੇ ਕੰਗ ਸਾਹਿਬ, ਪਰ ਸ਼ਰਾਬ ਦਾ ਜਵਾਬ ਨਹੀਂ ਦੇ ਰਹੇ। ਕੰਗ ਸਾਹਿਬ ਅਸੀਂ ਸੁਣ ਹੀ ਰਹੇ ਹਾਂ। ਕੰਗ ਸਾਹਿਬ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹ ਵੀ ਉਸੇ ਤਰੀਕੇ ਹੀ ਹੈ ਜਿਸ ਤਰੀਕੇ ਅਰਵਿੰਦ ਕੇਜਰੀਵਾਲ ਦਾ ਟਵੀਟ ਹੋ ਰਿਹਾ ਇਸ ਵੇਲੇ। ਮੈਂ ਕਹਿ ਰਿਹਾ ਨਾ, ਮੈਂ ਕੀ ਕਹਿ ਰਿਹਾ ਕਿ ਸੀਬੀਆਈ ਦਾ ਮਿਸਯੂਜ਼ ਹੋ ਰਿਹਾ। ਐਕਸਾਈਜ਼ ਪਾਲਿਸੀ ਦਿੱਲੀ ਦੀ ਪਹਿਲਾਂ ਵੀ ਵਧੀਆ ਸੀ, ਅੱਜ ਵੀ ਅਸੀਂ ਕਹਿੰਦੇ ਵਧੀਆ, ਲੇਕਿਨ ਜਿਸ ਤਰੀਕੇ ਨਾਲ ਇੱਕ ਇਲੈਕਟਡ ਸਰਕਾਰਾਂ ਦੀਆਂ ਤਾਕਤਾਂ ਘਟਾਈਆਂ ਜਾ ਰਹੀਆਂ, ਜਿਸ ਤਰੀਕੇ ਨਾਲ ਲੈਫਟੀਨੈਂਟ ਗਵਰਨਰ ਨੂੰ ਉੱਥੇ ਤਾਕਤਾਂ ਦਿੱਤੀਆਂ ਮੋਦੀ ਸਾਹਿਬ ਦੀ ਤਾਨਾਸ਼ਾਹੀ ਨੇ, ਇਹ ਉਹਨਾਂ ਦਾ ਪ੍ਰਚਾਰ ਕਰ ਰਿਹਾ। ਮੈਂ ਕਹਿ ਰਿਹਾ ਅੱਜ ਵੀ ਕੰਗ ਸਾਹਿਬ ਸਵਾਲ ਹਜੇ ਵੀ ਉੱਥੇ ਖੜਾ ਹੈ। ਮੈਂ ਸਿਰਸਾ ਸਾਹਿਬ ਦੇ ਸਵਾਲ ਨੂੰ ਵੀ ਛੱਡਦਾ ਹਾਂ, ਸਵਾਲ ਮੈਂ ਆਪਣੇ ਵੱਲੋਂ ਪੁੱਛਦਾ, ਬਹੁਤ ਸਿੱਧਾ ਜਿਹਾ ਸਵਾਲ ਹੈ। ਜੇ ਦਿੱਲੀ ਸਰਕਾਰ ਦੀ ਐਕਸਾਈਜ਼ ਪਾਲਿਸੀ ਵਧੀਆ ਸੀ, ਜੇ ਦਿੱਲੀ ਸਰਕਾਰ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਕੋਈ ਖਾਮੀ ਨਹੀਂ ਸੀ, ਉਸ ਨੂੰ ਰੋਲ ਬੈਕ ਕਿਉਂ ਕੀਤਾ? ਸਰਕਾਰ ਨੇ ਉਸ ਤੇ ਸਟੈਂਡ ਕਿਉਂ ਨਹੀਂ ਲਿਆ? ਨਹੀਂ ਮੈਂ ਕੀ ਕਹਿ ਰਿਹਾ, ਤੁਸੀਂ ਸੁਣਦੇ ਤੇ ਹੈ ਨਹੀਂ ਗੱਲ। ਇਹਨਾਂ ਨੇ ਤਾਂ ਦਿੱਲੀ ਦੀਆਂ ਇਲੈਕਟਡ ਸਰਕਾਰ ਦੀਆਂ ਤਾਕਤਾਂ ਵੀ ਐਲਜੀ ਨੂੰ ਦੇ ਦਿੱਤੀਆਂ, ਜਿਹੜਾ ਇਹਨਾਂ ਦਾ ਨੁਮਾਇੰਦਾ ਬੈਠਾ ਉੱਥੇ। ਇਹ ਤੇ ਮਨਮਰਜ਼ੀਆਂ ਕਰ ਰਹੇ ਆ ਨਾ। ਇਸੇ ਤਰੀਕੇ ਨਾਲ ਮਨੀਸ਼ ਸਿਸੋਦੀਆ ਜੀ ਨੂੰ ਕਿਹਾ ਵੀ ਤੁਸੀਂ ਸਾਨੂੰ ਸੀਐਮ ਬਣਾ ਦਿੰਦੇ, ਸਾਡੇ ਵੱਲ ਆ ਜਾਓ। 40 ਐਮਐਲਏ ਨੂੰ ਬੀਜੇਪੀ ਨੇ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ, 20 ਕਰੋੜ 800 ਕਰੋੜ। ਮੇਰੇ ਸਵਾਲ ਦਾ ਜਵਾਬ ਤਾਂ ਨਹੀਂ ਹੈਗਾ ਕੰਗ ਸਾਹਿਬ, ਮੇਰੇ ਸਵਾਲ ਦਾ ਜਵਾਬ ਨਹੀਂ ਹੈ। ਇਹ ਡੈਮੋਕ੍ਰੇਸੀ ਨੂੰ ਮੰਨਦੇ ਕਦੋਂ ਆ ਕੰਗ ਸਾਹਿਬ? ਮੇਰੇ ਸਵਾਲ ਦਾ ਜਵਾਬ ਨਹੀਂ ਹੈ। ਇਹ ਤੇ ਰੋਜ਼ ਮੀਟਿੰਗਾਂ ਕਰ ਰਹੇ ਆ ਕੰਗ ਸਾਹਿਬ, ਮੇਰੇ ਸਵਾਲ ਦਾ ਜਵਾਬ ਹੀ ਨਹੀਂ ਹੈ। ਇਹ ਮਨੂ ਸਿਮਰਤੀ ਲਾਗੂ ਕਰਨ ਦੀਆਂ ਗੱਲਾਂ ਕਰਦੇ ਆ ਸਿਰਸਾ ਕੰਗ ਸਾਹਿਬ ਇਹ ਮੇਰੇ ਸਵਾਲ ਦਾ ਜਵਾਬ ਨਹੀਂ ਹੈ। ਨਹੀਂ ਇਦਾਂ ਫਿਰ ਸਵਾਲ ਤਾਂ ਰਹਿ ਗਿਆ ਨਾ ਕੰਗ ਸਾਹਿਬ, ਇਹ ਤਾਂ ਮੇਰੇ ਸਵਾਲ ਦਾ ਜਵਾਬ ਵੀ ਨਹੀਂ ਹੋਇਆ। ਮੈਂ ਸਵਾਲ ਬਹੁਤ ਸਿੱਧਾ ਜਿਹਾ ਪੁੱਛਿਆ ਤੁਹਾਨੂੰ ਕਿ ਜੇਕਰ ਪਾਲਿਸੀ ਵਧੀਆ ਸੀ ਰੋਲ ਬੈਕ ਕਿਉਂ ਕੀਤਾ? ਤੁਸੀਂ ਸਟੈਂਡ ਕਿਉਂ ਨਹੀਂ ਲਿਆ ਪਾਲਿਸੀ ਤੇ? ਔਰ ਜੇਕਰ ਐਲਜੀ ਦਾ ਪ੍ਰੈਸ਼ਰ ਆ ਰਿਹਾ ਸੀਗਾ ਤਾਂ ਉਸ ਨੂੰ ਚੈਲੰਜ ਕਿਉਂ ਨਹੀਂ ਕੀਤਾ? ਲੀਗਲੀ ਚੈਲੰਜ ਕਿਉਂ ਨਹੀਂ ਕੀਤਾ? ਲੀਗਲੀ ਚੈਲੰਜ ਕੀਤਾ ਤੁਸੀਂ? ਸੀਐਮ ਦੀਆਂ ਤਾਕਤਾਂ ਉਹਨੂੰ ਦੇ ਰੱਖੀਆਂ ਇਹਨਾਂ ਨੇ। ਸਰ ਲੀਗਲੀ ਚੈਲੰਜ ਹੋ ਸਕਦਾ ਸੀ। ਸਮਝਦੇ ਕੁਛ ਨਹੀਂਗੇ। ਮਲਵਿੰਦਰ ਕੰਗ ਸਾਹਿਬ ਰੋਲ ਬੈਕ ਤੇ ਮਨੀਸ਼ ਸਿਸੋਦੀਆ ਜੀ ਨੂੰ ਮੁੱਖ ਮੰਤਰੀ ਬਣਾ ਦਿੱਤਾ। ਮਲਵਿੰਦਰ ਕੰਗ ਸਾਹਿਬ ਅਨਾਉਂਸਮੈਂਟ ਕਰਕੇ ਪੀਸੀ ਕਰਕੇ ਰੋਲ ਬੈਕ ਕੀਤਾ। ਬੀਜੇਪੀ ਦਾ ਕਰੈਕਟਰ ਕਿਰਦਾਰ ਇਹੀ ਆ ਵੀ ਇਲੈਕਟਡ ਸਰਕਾਰ। ਨਹੀਂ ਕੰਗ ਸਾਹਿਬ ਫਿਰ ਤਾਂ ਸਵਾਲ ਉੱਥੇ ਹੀ ਖੜਾ, ਸਵਾਲ ਉੱਥੇ ਖੜਾ। ਗੁਲਾਮੀ ਕਬੂਲ ਕਰ ਲਓ ਜਿਹੜੀ ਸਿਰਸਾ ਸੀ ਨੇ ਕਰ ਲਈ ਆ, ਤੇ ਕੰਗ ਸਾਹਿਬ ਕਰ ਲਾਂਗੇ। ਕੰਗ ਸਾਹਿਬ ਫਿਰ ਤਾਂ ਸਵਾਲ ਉੱਥੇ ਹੀ ਖੜ ਗਿਆ ਨਾ। ਸਵਾਲ ਤਾਂ ਉੱਥੇ ਹੀ ਖੜਦਾ ਹੈ ਹਜੇ ਵੀ, ਕਿਉਂਕਿ ਠੀਕ ਹੈ ਪਾਰਟੀ ਲਾਈਨ ਇੱਕ ਵੱਖਰੀ ਹੋ ਸਕਦੀ ਹੈ, ਪਰ ਜਦੋਂ ਇੱਕ ਲੌਜੀਕਲ ਸਵਾਲ ਹੈਗਾ, ਲੌਜੀਕਲ ਸਵਾਲ ਹੈ, ਬੜਾ ਲੌਜੀਕਲ ਹੈ ਕਿ ਜੇਕਰ ਰੋਲ ਬੈਕ ਕੀਤਾ ਹੈ ਤਾਂ ਰੋਲ ਬੈਕ ਕਰਨਾ ਕਿਉਂ ਪਿਆ ਜੇਕਰ ਤੁਸੀਂ ਠੀਕ ਸੀਗੇ? ਅੱਜ ਸਾਰੇ ਮੁਲਕ ਨੂੰ ਪਤਾ ਆ ਈਡੀ ਆ ਸੀਬੀਆਈ ਆ ਕਿਉਂ ਕਿੱਥੇ ਯੂਜ਼ ਹੋ ਰਹੀਆਂ। ਜਿਹੜੇ ਬੀਜੇਪੀ ਦੀ ਈਨ ਮੰਨ ਲੈਂਦੇ ਉੱਥੇ ਨਹੀਂ ਹੁੰਦੀਆਂ, ਜਿਹਦੇ ਬੀਜੇਪੀ ਦੇ ਅੱਗੇ ਖੜਦੇ ਆ, ਜਿਹਨਾਂ ਦੀ ਤਾਨਾਸ਼ਾਹੀ ਦੇ ਖਿਲਾਫ, ਇਹਨਾਂ ਦੇ ਅਹੰਕਾਰ ਦੇ ਖਿਲਾਫ, ਇਹਨਾਂ ਦੇ ਅਨਕਨਸਟੀਟਿਊਸ਼ਨਲ ਰਵੱਈਏ ਦੇ ਖਿਲਾਫ, ਉੱਥੇ ਬੀਜੇਪੀ ਈਡੀ ਸੀਬੀਆਈ ਯੂਜ਼ ਕਰੀ ਇਹਨਾਂ ਨੇ ਇਲੈਕਸ਼ਨ ਸਿਰਸਾ ਸਾਹਿਬ ਇਹ ਸਿਨੈਰੀਓ ਕੰਗ ਸਾਹਿਬ ਜਵਾਬ ਨਹੀਂ ਦੇ ਰਹੇ ਕਿਸੇ ਉਸ ਸਵਾਲ ਦਾ ਜਵਾਬ ਤੇ ਆ ਹੀ ਨਹੀਂ ਰਹੇ। ਸਿਰਸਾ ਸਾਹਿਬ ਕਿਸੇ ਨੂੰ ਮੰਨਦੇ ਨਹੀਂ ਕਿਸੇ ਨੂੰ ਨਹੀਂ ਮੰਨਦੇ, ਇਹ ਇਲੈਕਟਡ ਸਰਕਾਰਾਂ ਨੂੰ ਨਹੀਂ ਮੰਨਦੇ। ਇੱਕ ਮਿੰਟ ਕੰਗ ਸਾਹਿਬ ਹੁਣ ਸੁਣ ਲਓ ਇੱਕ ਮਿੰਟ ਕੰਗ ਸਾਹਿਬ ਸੁਣ ਲਓ ਇੱਕ ਮਿੰਟ ਮਨਜਿੰਦਰ ਸਿਰਸਾ ਸੁਣ ਲਓ ਨਾ, ਸੁਣ ਲਓ ਮੇਰੀ ਗੱਲ ਸੁਣੀ ਇਹਨਾਂ ਨੇ, ਮੇਰੀ ਗੱਲ ਸੁਣੋ ਪਹਿਲਾਂ। ਇਹ ਇਲੈਕਟਡ ਸਰਕਾਰਾਂ ਨੂੰ ਮੰਨਦੇ ਹੀ ਨਹੀਂਗੇ, ਇਹਨਾਂ ਦਾ ਠੀਕ ਹੈ ਕੰਗ ਸਾਹਿਬ, ਠੀਕ ਹੈ ਤੁਹਾਡੀ ਗੱਲ ਸੁਣੀ। ਸਿਰਸਾ ਸਾਹਿਬ ਦੇ ਕਨਸਟੀਟਿਊਸ਼ਨ ਨੂੰ ਨਹੀਂ ਮੰਨਦੇ। ਉਸ ਸਵਾਲ ਦੇ ਜਵਾਬ ਤੇ ਕੰਗ ਸਾਹਿਬ ਨਹੀਂ ਆ ਰਹੇ। ਕੰਗ ਸਾਹਿਬ ਇੱਕ ਮਿੰਟ ਹੁਣ ਸੁਣ ਲਓ। ਕੰਗ ਸਾਹਿਬ ਹੁਣ ਸੁਣ ਲਓ, ਇਹਨਾਂ ਦੇ ਖਾਸ ਬੰਦੇ ਆ ਕੰਗ ਸਾਹਿਬ ਹੁਣ ਸੁਣ ਲਓ। ਹਜ਼ਾਰਾਂ ਕਰੋੜਾਂ ਰੁਪਈਆ ਲੈ ਕੇ ਭੱਜ ਜਾਂਦੇ, ਉਹਨਾਂ ਦੇ ਅੱਗੇ ਸੀਬੀਆਈ ਨਹੀਂ ਲਾਈ। ਨਹੀਂ ਕੰਗ ਸਾਹਿਬ ਇਦਾਂ ਤੁਸੀਂ ਇਕੱਲੇ ਬੋਲੀ ਜਾਓਗੇ, ਫਾਇਦਾ ਨਹੀਂ ਹੋਣਾ। ਸਿਰਸਾ ਸਾਹਿਬ ਜਿਹੜੇ ਬੀਜੇਪੀ ਸਿਰਸਾ ਸਾਹਿਬ ਉਸ ਸਵਾਲ ਦੇ ਜਵਾਬ ਤੇ ਮਲਵਿੰਦਰ ਕੰਗ ਨਹੀਂ ਆ ਰਹੇ। ਸਵਾਲ ਤੁਹਾਡੇ ਵਾਲਾ ਹੀ ਪੁੱਛ ਲਿਆ, ਸਵਾਲ ਮੈਂ ਮੇਰੇ ਵਾਲਾ ਹੀ ਪੁੱਛ ਲਿਆ, ਪਰ ਸਵਾਲ ਦੇ ਜਵਾਬ ਤੇ ਨਹੀਂ ਆ ਰਹੇ। ਪੈਸੇ ਦੀ ਤਾਕਤ ਨਾਲ
ਪੈਸੇ ਦੀ ਤਾਕਤ ਨਾਲ ਦੇਖੋ, ਇੱਕ ਗੱਲ ਤੁਸੀਂ ਗਗਨ ਜੀ ਮੰਨ ਗਏ ਸਿਰਸਾ ਸਾਹਿਬ, ਇਹ ਇਹਨਾਂ ਦਾ ਗੱਲ ਮੈਂ ਰਵੱਈਆ, ਤੁਹਾਨੂੰ ਇਨੀਸ਼ੀਅਲ ਇਹ ਇਹਨਾਂ ਦਾ ਹੰਕਾਰ ਹੈ, ਇਹ ਇਹਨਾਂ ਦਾ ਤਰੀਕਾ ਹੈ। ਮੀਟਿੰਗ ਹੋਈ ਆਹ ਸੀ, ਖੁਦ ਮੀਟਿੰਗ ਦੇ ਅੰਦਰ ਆਪਣਾ ਸ਼ਿਕਾਰ ਰਿਹਾ, ਉਹਨਾਂ ਦਾ ਸਿਰਫ ਪਰਪਸ ਸੀਗਾ ਕਿ ਤੁਸੀਂ ਅੱਕ ਕੇ ਫੋਨ ਕਟਾ ਦੋਗੇ। ਮੇਰਾ ਪਰਪਸ ਇਹ ਹੈ, ਜਾਂ ਤਾਂ ਉਹਨਾਂ ਦੀ ਆਵਾਜ਼ ਬੰਦ ਕਰ ਦਿਓ ਜਾਂ ਮੈਂ ਫੋਨ ਰੱਖ ਦੇਣਾ, ਮੈਨੂੰ ਕੋਈ ਇਤਰਾਜ਼ ਨਹੀਂ, ਮੈਂ ਲੜਨਾ ਤਾਂ ਹੈ ਨਹੀਂਗਾ। एक मिनट सर साहब, कंग साहब एक मिनट सुन भी लो ना, कंग साहब सुन लो, कंग साहब सुन लो ना, कंग साहब एक बारी शांत रह के एक बारी सुन भी लो, ਜਿਹੜੇ ਸਵਾਲ ਉੱਠ ਰਹੇ ਨੇ ਉਹ ਸਵਾਲ ਵੀ ਸੁਣ ਲਓ। ਜੀ ਗਗਨ ਜੀ, ਇਹ ਫੇਰ ਰਿਹਾ ਕਰੋ ਤੁਸੀਂ। ਇਹ ਸ਼ੁਰੂਆਤ ਕਿਹਨੇ ਕੀਤੀ ਜਦੋਂ ਮੈਂ ਇਹਨਾਂ ਦੀ ਪੂਰੀ ਗੱਲ ਸੁਣੀ? ਕੰਗ ਸਾਹਿਬ ਤੁਸੀਂ ਸਵਾਲ ਦੇ ਜਵਾਬ ਵਿੱਚ ਨਹੀਂ ਆਏ। ਮੇਰੀ ਗੱਲ ਸੁਣੋ, ਉਸ ਤੋਂ ਬਾਅਦ ਤਾਂ ਮੈਂ ਵੀ ਸਵਾਲ ਕਰ ਲਿਆ, ਉਸ ਤੋਂ ਬਾਅਦ ਤਾਂ ਮੈਂ ਵੀ ਸਵਾਲ ਕਰ ਲਿਆ, ਤੁਸੀਂ ਉਸ ਸਵਾਲ ਦੇ ਜਵਾਬ ਤੇ ਹੀ ਨਹੀਂ ਆਏ। ਨਹੀਂ ਬਿਲਕੁਲ ਫਿਰ ਇਦਾਂ ਗੱਲ ਨਹੀਂ ਹੋਈ, ਇਦਾਂ ਗੱਲ ਨਹੀਂ ਹੋगी। ਚਲੋ ਠੀਕ ਹੈ, ਤੁਹਾਡੀ ਪਾਰਟੀ ਲਾਈਨ ਹੋਣੀ ਹੈ, ਪਾर्टी लाइन करके नहीं कुछ कहा जा सकता, बहुत सारे रीजन होंगे ने। बहुत बहुत शुक्रिया फिलहाल कंग साहब, इस तरीके गल नहीं हो पाएगी। बहुत बहुत शुक्रिया साडे नाल जुड़न दे लई। मलविंदर कंग साडे नाल जुड़े सीगे, सिरसा साहब ਤੁਹਾਡਾ ਵੀ बहुत बहुत शुक्रिया साडे नाल जुड़न दे लई। मनजिंदर सिरसा साडे नाल जुड़े सीगे, बीजेपी ਦੇ ਆਗੂ, ਦੋਵਾਂ ਨੇ ਗੱਲ ਕੀਤੀ ਪਰ ਗੱਲ ਵਿੱਚ ਵਿਚਾਲੇ ਜਿਹੜੀ ਹੈਗੀ ਉਹ ਰਹਿ ਗਈ ਹੈ, ਕਿਉਂਕਿ ਸਵਾਲ ਹਜੇ ਉੱਥੇ ਹੀ ਖੜਾ ਹੈ। बीजेपी ਸਵਾਲ ਖੜਾ ਕਰ ਰਹੀ ਹੈ ਕਿ ਐਕਸਾਈਜ਼ ਪਾਲਿਸੀ ਜਿਹੜੀ ਹੈਗੀ ਹੈ, ਜਿਸ ਤੇ ਸਵਾਲ ਖੜੇ ਹੁੰਦੇ ਨੇ, ਉਸ ਦਾ ਜਵਾਬ ਨਹੀਂ ਦਿੰਦੀ ਆਮ ਆਦਮੀ ਪਾਰਟੀ। और मलविंदर कंग के सामने भी सवाल यही सीगा। मलविंदर कंग का इल्जाम है कि बीजेपी चुनी हुई गवर्नमेंट नू अस्थिर करना चाह रही है, हिलाना चाह रही है। आम आदमी पार्टी लगातार इल्जाम लगा रही है, हालांकि बीजेपी इसनू दस रही है क्योंकि एक्साइज घोटाला सामने आ गया, इस करके आम आदमी पार्टी बैकफुट ते हैगी और इस करके डाइवर्ट करने दे लई, इशू नू डाइवर्ट करने दे लई इस तरीके दे इल्जाम जिहड़े ने लगाए जा रहे।